हाँ जी स्टूडेंट्स, लास्ट टाइम ਤੁਸੀਂ ਹੈਨਰੀਜ਼ ਲਾ ਦੀਆਂ ਐਪਲੀਕੇਸ਼ਨਸ ਡਿਸਕਸ ਕੀਤੀਆਂ ਸੀ ਤੇ ਅੱਜ ਜੋ ਨੈਕਸਟ ਟੌਪਿਕ ਹੈ ਤੁਹਾਡਾ ਵੇਪਰ ਪ੍ਰੈਸ਼ਰ, ਉਹ ਆਪਾਂ ਡਿਸਕਸ ਕਰਾਂਗੇ। ਵੇਪਰ ਪ੍ਰੈਸ਼ਰ ਦੇ ਬਾਰੇ ਤੁਸੀਂ +1 ਦੇ ਵਿੱਚ ਵੀ ਡਿਸਕਸ ਕਰ ਚੁੱਕੇ ਹੋ। ਤੁਹਾਡਾ 5th ਚੈਪਟਰ ਸੀ ਸਟੇਟਸ ਆਫ ਮੈਟਰ ਦਾ, ਤੇ ਇਕੁਇਲਿਬਰੀਅਮ ਦਾ ਚੈਪਟਰ ਵੀ ਤੁਸੀਂ ਡਿਸਕਸ ਕੀਤਾ 7th, ਉਹਦੇ 'ਚ ਵੀ ਵੇਪਰ ਪ੍ਰੈਸ਼ਰ ਦੇ ਬਾਰੇ ਪੜ੍ਹਿਆ ਤੁਸੀਂ। ਇਸ ਦੇ ਬਾਰੇ ਡਿਸਕਸ ਕਰਦੇ ਹਾਂ ਹੁਣ। The pressure exerted by the vapors above the liquid surface in equilibrium with the liquid at a given temperature is called vapor pressure। ਜਾਂ ਇੱਕ ਹੋਰ ਡੈਫੀਨੇਸ਼ਨ ਵੀ ਇਹਦੀ ਬਣਦੀ ਹੈ, the pressure exerted by the vapors above the surface of the liquid when they are in equilibrium with each other is called vapor pressure। ਮੀਨਿੰਗ ਕਿਆ ਇਹਦਾ ਕਿ ਜਦੋਂ ਕੋਈ ਲਿਕੁਇਡ ਅਤੇ ਉਹਦੇ ਵੇਪਰਸ ਦੋਨੋਂ ਹੀ ਇਕੁਇਲਿਬਰੀਅਮ ਦੇ ਵਿੱਚ ਹੋਣ। ਜਿਵੇਂ ਇੱਕ ਐਗਜ਼ਾਮਪਲ +1 'ਚ ਤੁਹਾਨੂੰ ਦੱਸੀ ਸੀ ਕਿ ਇੱਕ ਪਾਣੀ ਦਾ ਗਲਾਸ ਹੈ, ਗਲਾਸ ਨੂੰ ਉੱਪਰੋਂ ਢੱਕਿਆ ਹੋਇਆ। ਨੋਰਮਲ 'ਚ ਆਪਾਂ ਦੇਖਦੇ ਹਾਂ ਕਿ ਪਾਣੀ ਨੂੰ ਜੇਕਰ ਇਸੇ ਤਰ੍ਹਾਂ ਪਿਆ ਰਹਿਣ ਦਈਏ ਆਪਾਂ 2-3 ਦਿਨ ਦੇ ਲਈ, ਤਾਂ ਉਸ ਸਮੇਂ ਫਿਰ ਪਾਣੀ ਦਾ ਜੋ ਲੈਵਲ ਹੈ ਉਹ ਡਾਊਨ ਹੁੰਦਾ ਚਲੇ ਜਾਂਦਾ, ਅਤੇ ਜੋ ਉੱਪਰ ਖਾਲੀ ਥਾਂ ਹੁੰਦੀ ਹੈ ਗਲਾਸ ਦੇ ਵਿੱਚ, ਉੱਥੇ ਡੈਂਸਿਟੀ ਜੋ ਹੈ ਉਹ ਇਨਕਰੀਜ਼ ਹੁੰਦੀ ਜਾਂਦੀ ਹੈ। ਮੀਨਜ਼ ਪਾਣੀ ਤੋਂ ਵੇਪਰਸ ਬਣਦੇ ਜਾਂਦੇ ਆ, ਅਤੇ ਇੱਕ ਕੰਡੀਸ਼ਨ ਇਹੋ ਜਿਹੀ ਆ ਜਾਂਦੀ ਹੈ ਕਿ ਵੇਪਰਸ ਬਣਨੇ ਵੀ ਬੰਦ ਹੋ ਜਾਂਦੇ ਆ ਅਤੇ ਪਾਣੀ ਦਾ ਲੈਵਲ ਡਾਊਨ ਹੋਣਾ ਵੀ ਬੰਦ ਹੋ ਜਾਂਦਾ। ਉਹਨੂੰ ਇਕੁਇਲਿਬਰੀਅਮ ਦੀ ਕੰਡੀਸ਼ਨ ਕਹਿੰਦੇ ਆ, ਤੁਸੀਂ ਟੌਪਿਕ ਡਿਸਕਸ ਕੀਤਾ ਹੋਇਆ। ਉਸ ਸਮੇਂ ਫਿਰ ਉਹ ਵੇਪਰਸ ਜਿਹੜੇ ਨੇ ਜਦੋਂ ਲਿਕੁਇਡ ਦੇ ਸਰਫੇਸ ਦੇ ਉੱਪਰੋਂ ਪ੍ਰੈਸ਼ਰ ਪਾਉਂਦੇ ਨੇ, ਉਸ ਪ੍ਰੈਸ਼ਰ ਨੂੰ ਵੇਪਰ ਪ੍ਰੈਸ਼ਰ ਦਾ ਨਾਮ ਦਿੱਤਾ ਜਾਂਦਾ ਹੈ। ਉਹੀ ਡੈਫੀਨੇਸ਼ਨ ਇੱਥੇ ਲਿਖੀ ਹੋਈ ਹੈ। ਨੈਕਸਟ ਅੱਗੇ ਨੇ ਸਾਡੇ ਕੋਲ ਫੈਕਟਰਸ ਅਪੋਨ ਵਿਚ ਦਾ ਵੇਪਰ ਪ੍ਰੈਸ਼ਰ ਆਫ ਲਿਕੁਇਡ ਡਿਪੈਂਡਸ, ਕਿ ਵੇਪਰ ਪ੍ਰੈਸ਼ਰ ਕਿਸੇ ਵੀ ਲਿਕੁਇਡ ਦਾ ਕਿਹਨਾਂ ਫੈਕਟਰਸ 'ਤੇ ਡਿਪੈਂਡ ਕਰਦਾ ਹੈ। ਦੋ ਫੈਕਟਰਸ ਹੁੰਦੇ ਨੇ, ਨੇਚਰ ਆਫ ਦ ਲਿਕੁਇਡ, ਲਿਕੁਇਡ ਦਾ ਨੇਚਰ ਕਿਹੋ ਜਿਹਾ। ਜੇਕਰ ਤਾਂ ਲਿਕੁਇਡ ਜਿਹੜੇ ਨੇ ਮੋਲੀਕਿਊਲਸ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਜਿਹੜੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ, ਤਾਂ ਉਸ ਲਿਕੁਇਡ ਦਾ ਵੇਪਰ ਪ੍ਰੈਸ਼ਰ ਘੱਟ ਹੁੰਦਾ ਹੈ। ਅਤੇ ਜਿਸ ਲਿਕੁਇਡ ਦੇ ਵਿੱਚ ਆਪਸ 'ਚ ਮੋਲੀਕਿਊਲਸ ਦੇ ਵਿਚਕਾਰ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਘੱਟ ਹੁੰਦੀਆਂ ਨੇ, ਉਹਨਾਂ ਦਾ ਵੇਪਰ ਪ੍ਰੈਸ਼ਰ ਜ਼ਿਆਦਾ ਹੁੰਦਾ। ਜਿਵੇਂ ਕਿ ਪੈਟਰੋਲੀਅਮ ਹੈ, ਈਥਰ ਹੈ, ਇਹੋ ਜਿਹੇ ਜਿਹੜੇ ਲਿਕੁਇਡਸ ਹੁੰਦੇ ਨੇ ਉਹਨਾਂ ਦੇ ਵਿੱਚ ਇੰਟਰਮੋਲੀਕੂਲਰ ਫੋਰਸਿਸ ਆਫ ਅਟਰੈਕਸ਼ਨ ਘੱਟ, ਅਤੇ ਇਟ ਮੀਨਸ ਉਹ ਬਹੁਤ ਛੇਤੀ ਵੇਪਰ ਫਾਰਮ ਦੇ ਵਿੱਚ ਕਨਵਰਟ ਹੋ ਜਾਂਦੇ ਆ ਅਤੇ ਉਹਨਾਂ ਦਾ ਵੇਪਰ ਪ੍ਰੈਸ਼ਰ ਵੀ ਜ਼ਿਆਦਾ ਹੁੰਦਾ। ਬਟ ਜਿਵੇਂ ਵਾਟਰ ਹੈ, ਵਾਟਰ ਮੋਲੀਕਿਊਲ ਦੇ ਵਿੱਚ ਆਪਸ 'ਚ ਸਟਰੋਂਗ ਇੰਟਰਮੋਲੀਕੂਲਰ ਹਾਈਡਰੋਜਨ ਬੌਂਡਿੰਗ ਹੁੰਦੀ ਹੈ, ਜਿਸ ਦੇ ਕਰਕੇ ਪਾਣੀ ਇੰਨੀ ਜ਼ਿਆਦਾ ਛੇਤੀ ਐਸਕੇਪ ਨਹੀਂ ਹੁੰਦਾ ਜਿੰਨੀ ਛੇਤੀ ਪੈਟਰੋਲੀਅਮ ਪ੍ਰੋਡਕਟਸ ਜਿਹੜੇ ਨੇ ਐਸਕੇਪ ਹੋ ਜਾਣ। ਸੋ ਇਸ ਕਰਕੇ ਵਾਟਰ ਦਾ ਜੋ ਵੇਪਰ ਪ੍ਰੈਸ਼ਰ ਹੈ ਇਹਨਾਂ ਤੋਂ ਘੱਟ ਹੁੰਦਾ। ਦੂਜੇ ਨੰਬਰ 'ਤੇ ਹੈ ਟੈਂਪਰੇਚਰ। ਟੈਂਪਰੇਚਰ ਦਾ ਜੋ ਰਿਲੇਸ਼ਨ ਹੈ ਵੇਪਰ ਪ੍ਰੈਸ਼ਰ ਦੇ ਨਾਲ, ਇਹ ਡਾਇਰੈਕਟਲੀ ਪ੍ਰਪੋਰਸ਼ਨਲ ਹੁੰਦਾ ਹੈ। ਜਿੰਨਾ ਜ਼ਿਆਦਾ ਟੈਂਪਰੇਚਰ ਕਿਸੇ ਲਿਕੁਇਡ ਨੂੰ ਦਿੱਤਾ ਜਾਂਦਾ ਹੈ, ਉਨਾ ਹੀ ਉਸ ਦਾ ਵੇਪਰ ਪ੍ਰੈਸ਼ਰ ਵੀ ਜ਼ਿਆਦਾ ਹੋ ਜਾਂਦਾ ਹੈ। ਲਿਖਿਆ ਵੀ ਹੋਇਆ ਇੱਥੇ, with the increase in temperature the vapor pressure of a liquid increases and with the decrease in temperature the vapor pressure decreases। ਸੋ ਇਹ ਹੈ ਸਾਡੇ ਕੋਲ ਵੇਪਰ ਪ੍ਰੈਸ਼ਰ ਦਾ ਟੌਪਿਕ, ਅਤੇ ਵੇਪਰ ਪ੍ਰੈਸ਼ਰ ਦੇ ਟੌਪਿਕ 'ਤੇ ਬੇਸਡ ਹੀ ਸਾਡੇ ਕੋਲ ਫਿਰ ਇੱਕ ਲਾਅ ਹੈ ਜੋ ਆਪਾਂ ਡਿਸਕਸ ਕਰਾਂਗੇ, ਦੈਟ ਇਜ਼ ਰੌਲਟਸ ਲਾਅ। ਪਹਿਲਾਂ ਡੈਫੀਨੇਸ਼ਨ ਆਪਾਂ ਇਹਦੀ ਡਿਸਕਸ ਕਰਦੇ ਹਾਂ, ਫਿਰ ਇਹਦੇ ਬਾਰੇ ਡਿਸਕਸ ਕਰਾਂਗੇ। ਇਟ ਸਟੇਟਸ ਦੈਟ ਐਟ ਏ ਗਿਵਨ ਟੈਂਪਰੇਚਰ for a solution of volatile liquids, volatile liquids ਜੋ evaporate ਹੋ ਸਕਦੇ ਨੇ ਉਹਨਾਂ ਨੂੰ volatile ਕਿਹਾ ਜਾਂਦਾ। The partial vapor pressure of each component in the solution is equal to the product of vapor pressure of pure component and its mole fraction। ਮੀਨਿੰਗ ਕੀ ਹੈ ਇਸ ਦਾ ਕਿ ਜੇਕਰ ਕੋਈ ਸੋਲਿਊਸ਼ਨ ਜਿਸ ਦੇ ਵਿੱਚ ਦੋਨੋਂ ਹੀ ਕੰਪੋਨੈਂਟਸ ਵੋਲਾਟਾਈਲ ਹੋਣ, ਕਿ ਦੋਨੋਂ ਹੀ ਇਵੈਪੋਰੇਟ ਹੋ ਸਕਦੇ ਹੋਣ, ਤਾਂ ਉਸ ਸਮੇਂ ਫਿਰ ਇਕੱਲੇ ਕੰਪੋਨੈਂਟ ਦਾ ਜੋ ਵੇਪਰ ਪ੍ਰੈਸ਼ਰ ਹੈ ਉਹ ਕਿਸ ਚੀਜ਼ ਦੇ ਬਰਾਬਰ ਹੁੰਦਾ ਹੈ। ਨੰਬਰ 1 ਤਾਂ ਉਸ ਕੰਪੋਨੈਂਟ ਦਾ ਜੋ ਮੋਲ ਫ੍ਰੈਕਸ਼ਨ ਹੈ ਉਹ, ਅਤੇ ਉਹਨੂੰ ਮਲਟੀਪਲਾਈ ਕਰਦੀ ਹੈ ਉਸ ਦੇ ਪਿਓਰ ਵੇਪਰ ਪ੍ਰੈਸ਼ਰ ਦੇ ਨਾਲ। ਇਸ ਦਾ ਇੱਕ ਰਿਲੇਸ਼ਨ ਵੀ ਹੈ, ਉਸ ਦੇ ਨਾਲ ਆਪਾਂ ਇਹ ਸਮਝਾਂਗੇ ਅੱਗੇ। ਲੈਟ ਅਸ ਕੰਸੀਡਰ ਏ ਬਾਈਨਰੀ ਸੋਲਿਊਸ਼ਨ ਆਫ 2 ਵੋਲਾਟਾਈਲ ਲਿਕੁਇਡਸ। ਬਾਈਨਰੀ ਦਾ ਮੀਨਿੰਗ ਹੀ ਇਹ ਹੁੰਦਾ ਹੈ ਜਿਸ ਦੇ ਵਿੱਚ 2 ਸਬਸਟੈਂਸਸ ਹੋਣ, ਆਫ 2 ਵੋਲਾਟਾਈਲ ਲਿਕੁਇਡਸ and denote the components A and B having the mole fractions XA and XB respectively। ਦੋ ਕੰਪੋਨੈਂਟਸ ਨੇ, ਇੱਕ A ਹੈ ਅਤੇ ਇੱਕ B ਹੈ, ਇੱਕ ਦੀ ਮੋਲ ਫ੍ਰੈਕਸ਼ਨ XA ਹੈ, ਇੱਕ ਦੀ XB ਹੈ। if PA and PB are the vapor pressures of components in the solution, ਤੇ ਜੇਕਰ PA ਜੋ ਹੈ ਵੇਪਰ ਪ੍ਰੈਸ਼ਰ ਹੋਵੇ XA ਦਾ,
ਸੌਰੀ ਕੰਪੋਨੈਂਟ A ਦਾ ਤੇ PB ਵੇਪਰ ਪ੍ਰੈਸ਼ਰ ਹੋਵੇ ਕੰਪੋਨੈਂਟ B ਦਾ, ਤਾਂ ਉਸ ਸਮੇਂ ਅਕੋਰਡਿੰਗ ਟੂ ਰੌਲਟਸ ਲਾ, ਫਿਰ ਰੌਲਟਸ ਲਾ ਕੀ ਦੱਸਦਾ ਸਾਨੂੰ, ਪਾਰਸ਼ੀਅਲ ਵੇਪਰ ਪ੍ਰੈਸ਼ਰ ਆਫ ਵਨ ਕੰਪੋਨੈਂਟ A ਕੰਪੋਨੈਂਟ ਇਜ਼ ਇਕੁਅਲ ਟੂ PA ਨੋਡ, ਆ ਨੋਡ ਹੈ ਇੱਥੇ ਉੱਪਰ 0 ਪਾਇਆ ਹੋਇਆ, ਨੋਡ ਦਾ ਮਤਲਬ ਹੁੰਦਾ ਫॉर ਪਿਓਰ ਸਬਸਟੈਂਸ, ਇਨਟੂ XA। PA ਨੋਡ ਇੱਥੇ ਵੇਪਰ ਪ੍ਰੈਸ਼ਰ ਆਫ ਪਿਓਰ ਕੰਪੋਨੈਂਟ, ਪਿਓਰ ਮੀਨਸ ਜਦੋਂ ਉਹ ਇਕੱਲਾ ਹੋਵੇ ਕੰਪੋਨੈਂਟ, ਉਸ ਦੇ ਵਿੱਚ ਕਿਸੇ ਵੀ ਦੂਜੀ ਸਬਸਟੈਂਸ ਦੀ ਮਿਕਸਿੰਗ ਨਾ ਕੀਤੀ ਹੋਵੇ। ਤੇ ਇਹ PA ਹੈ ਜਦੋਂ ਸੋਲਿਊਸ਼ਨ ਬਣਿਆ ਹੋਇਆ, ਸੋਲਿਊਸ਼ਨ ਦੇ ਵਿੱਚ ਦੋ ਕੰਪੋਨੈਂਟ ਨੇ A ਅਤੇ B, ਤੇ PA ਮਤਲਬ ਵੇਪਰ ਪ੍ਰੈਸ਼ਰ ਆਫ A ਕੰਪੋਨੈਂਟ ਇਜ਼ ਇਕੁਅਲ ਟੂ PA ਨੋਡ ਇਨਟੂ XA, ਮੀਨਸ ਵੇਪਰ ਪ੍ਰੈਸ਼ਰ ਆਫ ਪਿਓਰ ਕੰਪੋਨੈਂਟ, ਪਿਓਰ ਕੰਪੋਨੈਂਟ ਜਦੋਂ ਇਹ ਇਕੱਲਾ ਹੈ, ਜਦੋਂ ਕਿਸੇ ਦੇ ਨਾਲ ਮਿਕਸਿੰਗ ਨਹੀਂ ਹੋਈ ਇਨਟੂ ਇਟਸ ਮੋਲ ਫ੍ਰੈਕਸ਼ਨ, ਕਿ ਉਸ ਦੀ ਮੋਲ ਫ੍ਰੈਕਸ਼ਨ ਮੀਨਸ ਉਹ ਸਬਸਟੈਂਸ ਦੀ ਕੰਸਨਟ੍ਰੇਸ਼ਨ ਕਿੰਨੀ ਹੈ। ਇਹਨਾਂ ਦੋਨਾਂ ਦਾ ਪ੍ਰੋਡਕਟ ਜੋ ਹੈ ਉਸ ਸੋਲਿਊਸ਼ਨ ਦੇ ਵਿੱਚ ਜਦੋਂ ਇੱਕ ਕੰਪੋਨੈਂਟ ਹੈ ਉਸ ਦਾ ਵੇਪਰ ਪ੍ਰੈਸ਼ਰ ਲਿਆ ਜਾਂਦਾ ਹੈ। ਇਸੇ ਤਰ੍ਹਾਂ PB ਇਜ਼ ਇਕੁਅਲ ਟੂ PB ਨੋਡ ਇਨਟੂ XB, ਮਤਲਬ ਜੋ ਦੂਜਾ ਕੰਪੋਨੈਂਟ ਹੈ PB, ਉਸ ਦਾ ਵੇਪਰ ਪ੍ਰੈਸ਼ਰ ਜਦੋਂ ਉਹ ਸੋਲਿਊਸ਼ਨ ਬਣਿਆ ਹੋਇਆ ਉਸ ਦੇ ਵਿੱਚ ਇਹ ਹੁੰਦਾ ਹੈ PB ਨੋਡ ਇਨਟੂ XB। PB ਨੋਡ ਮੀਨਸ ਵੇਪਰ ਪ੍ਰੈਸ਼ਰ ਆਫ ਪਿਓਰ ਕੰਪੋਨੈਂਟ ਇਨਟੂ ਇਟਸ ਮੋਲ ਫ੍ਰੈਕਸ਼ਨ। ਸੋ ਇਸ ਤਰ੍ਹਾਂ ਇਹ ਰੌਲਟਸ ਲਾ ਜੋ ਹੈ ਇਹ ਦੋਨੋਂ ਹੀ ਵੱਖਰੇ ਵੱਖਰੇ ਜੋ ਕੰਪੋਨੈਂਟਸ ਹੁੰਦੇ ਨੇ ਉਹਨਾਂ ਦਾ ਵੇਪਰ ਪ੍ਰੈਸ਼ਰ ਕੈਲਕੂਲੇਟ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ। ਤੇ ਇੱਥੇ ਦੱਸਿਆ ਵੀ ਹੋਇਆ ਵੇਅਰ PA ਨੋਡ ਐਂਡ PB ਨੋਡ ਆਰ ਦਾ ਵੇਪਰ ਪ੍ਰੈਸ਼ਰਸ ਆਫ ਪਿਓਰ ਕੰਪੋਨੈਂਟਸ A ਐਂਡ B ਰਿਸਪੈਕਟਿਵਲੀ। ਪਿਓਰ ਫਾਰਮ ਦੇ ਵਿੱਚ ਮੀਨਸ ਜਦੋਂ ਉਹ ਮਿਕਸ ਨਹੀਂ ਹੋਏ, ਜਦੋਂ ਇਕੱਲੇ ਹੀ ਨੇ ਉਸ ਸਮੇਂ। ਇਸ ਤੋਂ ਬਾਅਦ ਨੈਕਸਟ ਅੱਗੇ ਫਿਰ ਇਸ ਦੇ ਲਈ ਰਿਲੇਸ਼ਨ ਅੱਗੇ ਜੋ ਬਣਾਇਆ ਜਾਂਦਾ ਹੈ ਅਕੋਰਡਿੰਗ ਟੂ ਡਾਲਟਨਸ ਲਾ ਆਫ ਪਾਰਸ਼ੀਅਲ ਪ੍ਰੈਸ਼ਰ। ਡਾਲਟਨਸ ਲਾ +1 ਦੇ ਵਿੱਚ ਪੜ੍ਹਦੇ ਹਾਂ ਆਪਾਂ ਕਿ ਕਿਸੇ ਇੱਕ ਸੋਲਿਊਸ਼ਨ ਦੇ ਵਿੱਚ ਜੇਕਰ ਕੁਝ ਸਾਡੇ ਕੋਲ ਕੰਪੋਨੈਂਟਸ ਨੇ ਜਾਂ ਕੁਝ ਗੈਸਸ ਨੇ ਤਾਂ ਉਹਨਾਂ ਦਾ ਜੋ ਟੋਟਲ ਪ੍ਰੈਸ਼ਰ ਹੈ ਉਹ ਇਕੱਲੀ ਗੈਸ ਦੇ ਪ੍ਰੈਸ਼ਰ ਦੇ ਸਮ ਦੇ ਬਰਾਬਰ ਹੁੰਦਾ ਹੈ। ਸੋ ਇੱਥੇ ਦੋ ਕੰਪੋਨੈਂਟਸ ਨੇ, ਦੋਨਾਂ ਦਾ ਜੋ ਵੇਪਰ ਪ੍ਰੈਸ਼ਰ ਹੈ ਉਸ ਦਾ ਜੋ ਸਮ ਹੈ ਉਹ ਟੋਟਲ ਵੇਪਰ ਪ੍ਰੈਸ਼ਰ ਦੇ ਬਰਾਬਰ ਆਉਂਦਾ ਹੈ। ਸੋ ਇੱਥੇ ਫਿਰ ਇਹ ਆ ਵੈਲਿਊਜ਼ PA ਤੇ PB ਦੀਆਂ ਇਸ ਇਕੁਏਸ਼ਨ 'ਚ ਆਪਾਂ ਫਿਲ ਕਰ ਦਿੰਦੇ ਹਾਂ। ਟੋਟਲ ਜੋ ਵੇਪਰ ਪ੍ਰੈਸ਼ਰ ਹੈ ਉਹ ਆ ਜਾਂਦਾ ਸਾਡੇ ਕੋਲ PA ਨੋਡ ਇਨਟੂ XA ਪਲੱਸ PB ਨੋਡ ਇਨਟੂ XB, ਇਹਨੂੰ ਇਕੁਏਸ਼ਨ ਨੰਬਰ ਇੱਥੇ ਮੰਨ ਲਿਆ ਜਾਂਦਾ। ਉਸ ਤੋਂ ਬਾਅਦ ਮੋਲ ਫ੍ਰੈਕਸ਼ਨ ਦਾ ਰਿਲੇਸ਼ਨ ਆਪਾਂ ਪੜ੍ਹਿਆ ਹੈ ਕਿ ਮੋਲ ਫ੍ਰੈਕਸ਼ਨ ਆਫ ਸੋਲਵੈਂਟ ਪਲੱਸ ਮੋਲ ਫ੍ਰੈਕਸ਼ਨ ਆਫ ਸੋਲਿਊਟ ਇਜ਼ ਇਕੁਅਲ ਟੂ 1, ਮੀਨਸ ਟੋਟਲ ਮੋਲ ਫ੍ਰੈਕਸ਼ਨ ਜੋ ਹੈ ਸੋਲਿਊਸ਼ਨ ਦੀ ਉਹ 1 ਦੇ ਬਰਾਬਰ ਹੁੰਦੀ ਹੈ। XA ਇਜ਼ ਇਕੁਅਲ ਟੂ 1 ਮਾਈਨਸ XB ਨੂੰ ਇੱਧਰ ਲੈ ਗਏ, ਇਹੀ ਜੋ ਵੈਲਿਊ ਹੈ XA ਦੀ ਇਸ ਇਕੁਏਸ਼ਨ ਨੰਬਰ 3 'ਚ ਪੁੱਟ ਕਰ ਦਿੰਦੇ ਆਪਾਂ। ਤੇ ਇੱਥੇ ਫਿਰ ਰਿਲੇਸ਼ਨ ਆ ਜਾਂਦਾ ਸਾਡੇ ਕੋਲ P ਇਜ਼ ਇਕੁਅਲ ਟੂ PA ਨੋਡ, XA ਦੀ ਥਾਂ 'ਤੇ ਇੱਥੇ 1 ਮਾਈਨਸ XB ਪਲੱਸ PB ਨੋਡ ਇਨਟੂ XB। ਇਕੁਏਸ਼ਨ ਸੋਲਵ ਕਰ ਲਈ ਆਪਾਂ, P ਇਜ਼ ਇਕੁਅਲ ਟੂ PA ਨੋਡ ਮਾਈਨਸ PA ਨੋਡ ਇਨਟੂ XB ਪਲੱਸ PB ਨੋਡ ਇਨਟੂ XB। ਇੱਥੋਂ XB ਤੇ XB ਦੋਨਾਂ 'ਚ ਕਾਮਨ ਹੈ, ਇਹ ਇੱਥੇ ਕਾਮਨ ਕੱਢ ਲਿਆ। ਸੋ ਇਕੁਏਸ਼ਨ ਬਣ ਜਾਂਦੀ ਹੈ P ਇਜ਼ ਇਕੁਅਲ ਟੂ PA ਨੋਡ ਪਲੱਸ PB ਨੋਡ ਮਾਈਨਸ PA ਨੋਡ ਇਨਟੂ XB। So this is the equation for Raoult's law having volatile liquids, ਜਿਸ ਦੇ ਵਿੱਚ ਦੋਨੋਂ ਦੇ ਦੋਨੋਂ ਜੋ ਕੰਪੋਨੈਂਟਸ ਹੋਣ ਉਹ ਵੋਲਾਟਾਈਲ ਹੋਣ। ਸੋ ਉਸ ਸਮੇਂ ਫਿਰ ਜੋ ਸੋਲਿਊਸ਼ਨ ਦਾ ਵੇਪਰ ਪ੍ਰੈਸ਼ਰ ਹੈ ਉਹ ਇਸ ਰਿਲੇਸ਼ਨ ਦੇ ਬਰਾਬਰ ਆਉਂਦਾ ਹੈ। ਸੋ ਇੱਥੇ ਦੱਸਿਆ ਵੀ ਹੋਇਆ ਨੀਚੇ, ਫਰੋਮ ਦਿਸ ਇਕੁਏਸ਼ਨ ਵੀ ਕਨਕਲੂਡਡ ਦੈਟ, ਦੋ ਚੀਜ਼ਾਂ ਕਨਕਲੂਡ ਕੀਤੀਆਂ ਜਾਂਦੀਆਂ ਨੇ। ਨੰਬਰ 1, the total vapor pressure over the solution can be related to the mole fraction of one component, ਕਿ ਜੇਕਰ ਟੋਟਲ ਵੇਪਰ ਪ੍ਰੈਸ਼ਰ ਕਿਸੇ ਵੀ ਸੋਲਿਊਸ਼ਨ ਦਾ ਦੇਖਣਾ ਹੋਵੇ ਤਾਂ ਕਿਸੇ ਇੱਕ ਕੰਪੋਨੈਂਟ 'ਤੇ ਹੀ ਰਿਲੇਟ ਕਰਦਾ। ਇੱਥੇ ਆਪਾਂ ਦੇਖਦੇ ਹਾਂ ਕਿ ਸਿਰਫ ਮੋਲ ਫ੍ਰੈਕਸ਼ਨ ਜੋ ਹੈ ਉਹ ਸੋਲਿਊਟ ਦੀ ਹੀ ਲਈ ਗਈ ਹੈ, ਉਸ 'ਤੇ ਡਿਪੈਂਡ ਕਰਦਾ ਹੈ। ਨੰਬਰ 2, the total vapor pressure of the solution varies linearly with the mole fraction B because PA node and PB node are constant, ਕਿ ਇੱਥੇ ਇਹ ਵੈਲਿਊਜ਼ ਤਾਂ ਕੌਨਸਟੈਂਟ ਹੁੰਦੀਆਂ ਨੇ ਕਿਉਂਕਿ ਵੇਪਰ ਪ੍ਰੈਸ਼ਰ ਪਿਓਰ ਕੰਪੋਨੈਂਟ ਦਾ ਹਮੇਸ਼ਾ ਫਿਕਸ ਰਹਿੰਦਾ ਹੈ। ਸੋ ਇਟ ਮੀਨਸ ਜੋ ਵੇਪਰ ਪ੍ਰੈਸ਼ਰ ਹੈ ਕਿਸੇ ਵੀ ਸੋਲਿਊਸ਼ਨ ਦਾ, ਟੋਟਲ ਸੋਲਿਊਸ਼ਨ ਦਾ ਵੇਪਰ ਪ੍ਰੈਸ਼ਰ ਹੈ ਉਹ ਸਿਰਫ ਔਰ ਸਿਰਫ ਉਸ ਦੀ ਮੋਲ ਫ੍ਰੈਕਸ਼ਨ 'ਤੇ ਹੀ ਡਿਪੈਂਡ ਕਰਦਾ ਹੈ। ਮੀਨਸ ਜੇਕਰ ਮੋਲ ਫ੍ਰੈਕਸ਼ਨ ਮੀਨਸ ਕੰਸਨਟ੍ਰੇਸ਼ਨ ਸਾਡੇ ਕੋਲ ਜ਼ਿਆਦਾ ਹੋਊਗੀ ਤਾਂ ਵੇਪਰ ਪ੍ਰੈਸ਼ਰ ਜੋ ਹੈ ਉਹ ਵੀ ਜ਼ਿਆਦਾ, ਜੇ ਕੰਸਨਟ੍ਰੇਸ਼ਨ ਘਟ ਗਈ ਤਾਂ ਵੇਪਰ ਪ੍ਰੈਸ਼ਰ ਵੀ ਘਟ ਜਾਂਦਾ ਹੈ। ਸੋ ਇਹ ਹੈ ਰੌਲਟਸ ਲਾ। ਨੈਕਸਟ ਟੌਪਿਕ ਆਪਾਂ ਅਗਲੀ ਵੀਡੀਓ 'ਚ ਕਰਾਂਗੇ। ਥੈਂਕ ਯੂ।